ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਮਿਲਾਪ ਸਿੰਘ ਡੱਲਾ, ਮੈਨੇਜਿੰਗ ਡਾਇਰੈਕਟਰ ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼। ਫੇਸਬੁੱਕ ਦੇ ਮਾਧਿਅਮ ਰਾਹੀਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾ ਸੁਨੇਹਾ, ਡਾਇਰੈਕਟ ਮੀਟ ਮੋਗਾ ਹੋਈ ਸੀ, ਲੁਧਿਆਣਾ ਹੋਈ ਸੀ, ਹੁਣ ਰੱਖੀ ਗਈ ਹੈ ਜੀ ਖੰਨਾ ਤੋਂ ਬਾਅਦ ਹੁਣ ਦੋਰਾਹਾ ਰੱਖੀ ਗਈ ਆ। ਇਹ ਆ ਜੀ 11 ਤਰੀਕ ਨੂੰ, 11 ਦਸੰਬਰ ਦਿਨ ਮੰਗਲਵਾਰ। ਇੱਥੇ ਭੁਪਿੰਦਰ ਸਿੰਘ ਗਿੱਲ ਆਪਣੀ ਕੰਪਨੀ ਦੇ HOD ਆਪਦੀ ਪੂਰੀ ਐਕਸਪਰਟ ਟੀਮ ਦੇ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਪਹੁੰਚਣਗੇ। ਸਵੇਰੇ 10 ਵਜੇ ਬੈਠਣਗੇ, ਸ਼ਾਮ ਨੂੰ ਦੁਪਹਿਰ ਦੇ 1 ਵਜੇ ਤੱਕ ਤੁਹਾਡੇ ਸਭ ਸਵਾਲਾਂ ਦੇ ਜਵਾਬ, ਚਾਹੇ ਉਹ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ ਆ, ਵਿਜ਼ਿਟਰ ਵੀਜ਼ਾ ਨਾਲ ਸੰਬੰਧਿਤ ਆ, ਓਪਨ ਵਰਕ ਪਰਮਿਟ ਨਾਲ ਸੰਬੰਧਿਤ ਆ, ਜਾਂ ਤੁਹਾਡੀ ਕੋਈ ਹੋਰ ਕੁਐਰੀ ਹੈ ਇਮੀਗ੍ਰੇਸ਼ਨ ਨਾਲ ਰਿਲੇਟਡ। ਤੁਸੀਂ ਪਲੀਜ਼ ਆਪਦੇ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਜਾਇਓ। ਹਰ ਵਾਰ ਬੇਨਤੀ ਕਰਦਾ ਹੁੰਦਾ ਤੁਹਾਨੂੰ ਸਭ ਨੂੰ ਕਿ ਡਾਕੂਮੈਂਟਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਆ ਕੇਸ ਦੀ ਅਸੈਸਮੈਂਟ ਕਰਨ ਦੇ ਲਈ। ਟੀਮ ਜਦੋਂ ਤੁਹਾਡੇ ਡਾਕੂਮੈਂਟਸ ਦੇਖਦੀ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਆ ਕਿ ਤੁਹਾਡਾ ਕੇਸ ਕਿੱਥੇ ਸਟੈਂਡ ਕਰਦਾ, ਕੀ ਉਹਦੇ 'ਚ ਲੂਪ ਹੋਲਸ ਨੇ, ਕੀ ਵੀਕਨੈਸ ਨੇ, ਕੀ ਪੋਜ਼ੀਟਿਵ ਪੁਆਇੰਟਸ ਨੇ। ਫਿਰ ਉਹ ਤੁਹਾਨੂੰ ਉਨੇ ਹੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕਰ ਸਕਦੇ ਆ, ਗਾਈਡਲਾਈਨਸ ਦੇ ਸਕਦੇ ਆ, ਤੁਹਾਡੇ ਕੋਰਸ ਨਾਲ ਸੰਬੰਧਿਤ, ਤੁਹਾਡੇ ਕਾਲਜਿਸ ਨਾਲ ਸੰਬੰਧਿਤ, ਤੁਹਾਡੀ ਵੀਜ਼ਾ ਪ੍ਰੋਬੇਬਿਲਿਟੀ ਪੋਸੀਬਿਲਿਟੀਜ਼ ਨਾਲ ਸੰਬੰਧਿਤ। ਸੋ ਡਾਕੂਮੈਂਟਸ ਜ਼ਰੂਰ ਨਾਲ ਲੈ ਕੇ ਜਾਣੇ ਆ। ਦੋਰਾਹਾ ਆਫਿਸ ਦਿਨ ਮੰਗਲਵਾਰ 11 ਦਸੰਬਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ। ਦੋਰਾਹਾ ਆਫਿਸ ਆਪਣਾ ਬੱਸ ਸਟੈਂਡ ਦੇ ਦੋਰਾਹੇ ਜਮਾ ਆਪੋਜ਼ਿਟ ਆ। ਤੁਸੀਂ ਬੱਸ ਸਟੈਂਡ ਤੋਂ 2 ਮਿੰਟ ਲੱਗਦੇ ਨੇ ਸਿਰਫ ਤੁਰ ਕੇ, ਅਤੇ ਤੁਸੀਂ ਉੱਥੇ ਜਾ ਕੇ ਆਪਦੇ ਸਾਰੇ ਕੁਐਸਚਨਸ ਕਲੀਅਰ ਕਰ ਸਕਦੇ ਹਾਂ। IRCC ਇੱਕ ਬੋਡੀ ਆ, ਗੁਰਮੀਤ ਢਿੱਲੋਂ ਜੀ ਦਾ ਕੁਐਸਚਨ ਆ ਕਿ ਉੱਪਰ ਲੰਘ ਗਿਆ ਕਿਸ ਦਾ, ਚਹਿਲਾਂ ਵਾਲਾ ਬਾਈ ਜੀ ਉਹਨਾਂ ਦਾ ਕੁਐਸਚਨ ਆ। IRCC ਇੱਕ ਬੋਡੀ ਹੈ ਵੀਰੇ, ਜਿਹੜੀ ਇੱਥੇ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਦੇ ਵਿੱਚ ਜਿੰਨੇ ਇਮੀਗ੍ਰੇਸ਼ਨ, ਰਿਫਿਊਜੀ ਅਤੇ ਸਿਟੀਜ਼ਨਸ਼ਿਪ ਨਾਲ ਰਿਲੇਟਡ ਜਿੰਨੇ ਵੀ ਕੰਮ ਇਨਸਾਈਡ ਕੈਨੇਡਾ ਡੀਲ ਕੀਤੇ ਜਾਂਦੇ ਆ ਤਾਂ ਉਹ ਬੋਡੀ ਡੀਲ ਕਰਦੀ ਆ। ਕਿਸੇ ਦਾ ਵੀਜ਼ਾ ਵਧਾਉਣਾ, ਕਿਸੇ ਦਾ ਵੀਜ਼ਾ ਘਟਾਉਣਾ, ਕਿਸੇ ਨੇ ਆਪਦੀ ਅਪੀਲ ਪਾਉਣੀ ਆ, ਕਿਸੇ ਨੇ ਰਿਫਿਊਜੀ ਆਪਦਾ ਕੇਸ ਅਪਲਾਈ ਕਰਨਾ, ਉਹ ਸਾਰਾ ਕੰਮ ਜਿਵੇਂ ਜਿਹਨੂੰ ਤੁਸੀਂ ਇਹੀ ਕਹਿ ਲਓ ਵੀ ਇੱਕ ਵੀਜ਼ਾ ਆਫਿਸਰਸ ਦੀ, ਜਿਨ੍ਹਾਂ ਨੂੰ ਆਪਾਂ ਜਿਵੇਂ ਅੰਬੈਸੀ ਕੰਟਰੀ ਤੋਂ ਬਾਹਰ ਹੁੰਦੀ ਆ, ਜਿਹੜੀ ਇਨਸਾਈਡ ਕੰਟਰੀ ਡੀਲ ਕਰਦੀ ਆ। ਹਾਈ ਕਮਿਸ਼ਨ ਜਿਹੜਾ ਇਨਸਾਈਡ ਕੈਨੇਡਾ ਡੀਲ ਕਰਦਾ ਜਿਹੜੇ ਕੇਸਾਂ ਨੂੰ, ਰਿਫਿਊਜੀਜ਼ ਨੂੰ, ਹੋਰ ਸਾਰਿਆਂ ਨੂੰ, ਉਹ ਬੋਡੀ ਹੈ ਵੀਰੇ। ਐਂਡ ਇਹਨਾਂ ਦੇ ਹੱਥ ਹੀ ਹੁੰਦਾ ਸਾਰਿਆਂ ਦਾ ਵੀਜ਼ਾ ਵਧਾਉਣਾ, ਵੀਜ਼ਾ ਘਟਾਉਣਾ, ਕਿਸੇ ਨੂੰ ਬਾਹਰ ਭੇਜਣਾ ਕੰਟਰੀ 'ਚੋਂ ਜਾਂ ਕੰਟਰੀ 'ਚ ਰੱਖਣਾ, ਇਹ ਸਾਰਾ ਇਹਨਾਂ ਦੇ ਹੱਥ ਹੁੰਦਾ। ਐਂਡ ਵੀਰ ਜੀ ਮੈਡੀਕਲ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਵੀਰੇ, ਡਿਪੈਂਡ ਕਰਦਾ। ਵੈਸੇ ਤਾਂ 15-20 ਦਿਨਾਂ ਦੇ ਵਿੱਚ ਹੁਣ ਮੈਡੀਕਲ ਤੋਂ ਬਾਅਦ ਰਿਜ਼ਲਟ ਦਿੱਤੇ ਜਾਂਦੇ ਆ। ਮੈਂ ਆਊਂਗਾ ਸਾਰੇ ਕੁਐਸਚਨਸ ਦੇ ਉੱਤੇ ਹੀ, ਪਲੀਜ਼ ਮੈਨੂੰ ਟਾਈਮ ਦਿਓ, ਵਾਰੀ ਮੈਂ ਸਭ ਨੂੰ ਦੱਸੂੰਗਾ, ਸਾਰੇ ਸਵਾਲਾਂ ਦੇ ਜਵਾਬ ਦਊਂਗਾ। ਆਟੋਮੈਟਿਕਲੀ ਸਾਰੇ ਸਵਾਲਾਂ ਦੇ ਜਵਾਬ ਹੀ ਮਿਲ ਜਾਣੇ ਆ। ਓਪਨ ਵਰਕ ਪਰਮਿਟ ਲਈ ਮੈਂ ਲਾਸਟ 'ਤੇ ਰੱਖਿਆ ਉਹ ਸੈਸ਼ਨ। ਐਂਡ ਅਗਲਾ ਜਿਹੜਾ ਮੈਂ 11 ਦਸੰਬਰ ਦਾ ਦਿਨ ਯਾਦ ਰੱਖ ਲਓ ਜੀ, 11 ਦਸੰਬਰ ਦਿਨ ਮੰਗਲਵਾਰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਦੋਰਾਹਾ ਆਫਿਸ ਭੁਪਿੰਦਰ ਸਿੰਘ ਗਿੱਲ ਬੈਠਣਗੇ ਜੀ ਆਪਦੀ ਸਾਰੀ ਐਕਸਪਰਟ ਟੀਮ ਦੇ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ। ਅਗਲਾ ਸਵਾਲ, ਲਗਾਤਾਰ ਜਦੋਂ ਕੋਈ ਘਟਨਾ ਵਾਪਰਦੀ ਆ ਕੈਨੇਡਾ ਨਾਲ ਸੰਬੰਧਿਤ, ਜਦੋਂ ਕੋਈ ਘਟਨਾ ਵਾਪਰਦੀ ਆ ਨਾ ਜੀ, ਸਾਡੇ ਅਖਬਾਰ, ਸੋਸ਼ਲ ਮੀਡੀਆ ਦੇ ਚੈਨਲਸ ਪੱਬਾਂ ਭਾਰ ਹੋ ਜਾਂਦੇ ਆ ਉਹ ਨਿਊਜ਼ ਨੂੰ ਫੈਲਾਉਣ ਦੇ ਵਿੱਚ। ਕਿਉਂਕਿ ਕੈਨੇਡਾ ਦਾ ਨਾਂ ਜਿੱਥੇ ਆ ਜਾਂਦਾ ਨਾ, ਚਾਹੇ ਉਹ ਕਿਸੇ ਅਖਬਾਰ 'ਚ ਆ ਜਾਂਦਾ, ਚਾਹੇ ਉਹ ਕਿਸੇ ਸੋਸ਼ਲ ਮੀਡੀਆ ਦੇ ਕਿਸੇ ਪਲੈਟਫਾਰਮ 'ਤੇ ਆ ਜਾਂਦਾ, ਚਾਹੇ ਉਹ ਕਿਸੇ ਨਿਊਜ਼ ਚੈਨਲ 'ਤੇ ਆ ਜਾਂਦਾ, ਤਾਂ ਉਹਦੀ TRP ਬਹੁਤ ਜ਼ਿਆਦਾ ਹਾਈ ਜਾਂਦੀ ਆ। ਅਤੇ ਮੈਂ ਪਿੱਛੇ ਜੇ ਇੱਕ ਸਟੂਡੈਂਟ ਨੂੰ ਵਾਪਸ ਕੀਤਾ ਗਿਆ ਏਅਰਪੋਰਟ ਤੋਂ ਵਾਪਸ ਭੇਜ ਦਿੱਤਾ ਗਿਆ। ਅਤੇ ਜਦੋਂ ਫਿਰ ਉਹ ਨਿਊਜ਼ ਇਸ ਤਰੀਕੇ ਨਾਲ ਜੰਗਲ ਦੀ ਅੱਗ ਵਾਂਗੂ ਫੈਲੀ ਆ ਕਿ ਲਗਾਤਾਰ ਮੇਰੇ ਪੇਜ ਦੇ ਉੱਤੇ, ਮੇਰੇ ਆਫਿਸ ਦੇ ਉੱਤੇ, ਮੇਰੇ ਪਰਸਨਲ ਫੋਨ ਦੇ ਉੱਤੇ ਇਹੀ ਕੁਐਸਚਨ ਪੁੱਛਿਆ ਜਾ ਰਿਹਾ ਕਿ ਕੀ ਹੁਣ ਵਾਪਸ ਭੇਜਣ ਲੱਗੇ ਜੀ ਸਟੂਡੈਂਟਸ ਨੂੰ। ਦੇਖੋ, ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀਗੀ, ਜਦੋਂ ਪਹਿਲਾਂ ਬਰੈਂਪਟਨ ਦੇ ਵਿੱਚ ਜਦੋਂ ਕੋਈ ਹਾਦਸਾ ਵਾਪਰਿਆ ਸੀ, ਉਦੋਂ ਬਾਅਦ ਥੋੜ੍ਹੀ ਜਿਹੀ ਸਖਤੀ ਹੋਈ ਸੀ। ਮੈਂ ਉਦੋਂ ਵੀ ਇੰਟਰਵਿਊਜ਼ ਹੋਣਗੀਆਂ, ਟੈਸਟ ਲਏ ਜਾਣਗੇ, ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਸੀ। ਮੈਂ ਹਮੇਸ਼ਾ ਦੀ ਤਰ੍ਹਾਂ ਇੱਕ ਬੇਨਤੀ ਕਰਦਾ ਹੁੰਦਾ, ਅੱਜ ਵੀ ਤੁਹਾਨੂੰ ਉਹ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਆਪਾਂ ਕਿਸੇ ਦੇ ਮੁਲਕ 'ਚ ਐਂਟਰ ਹੋਣਾ ਨਾ ਜੀ, ਤਾਂ ਤੁਹਾਡੇ ਤੋਂ ਉਹਨਾਂ ਨੇ ਪੁੱਛਣਾ ਆ ਵੀ ਤੁਸੀਂ ਕਿਉਂ ਆਏ ਹੋ, ਉੱਥੇ ਕੀ ਕਰਨ ਆਏ ਹੋ, ਅਤੇ ਤੁਹਾਡਾ ਆਉਣ ਦਾ ਇੱਥੇ ਮਕਸਦ ਕੀ ਆ। ਤੁਹਾਡੇ ਕੋਲ ਜਿਹੜੇ ਡਾਕੂਮੈਂਟਸ ਨੇ ਉਹ ਸਾਨੂੰ ਦਿਖਾਓ। ਤੁਹਾਡੇ ਤੁਸੀਂ ਕਿੰਨਾ ਚਿਰ ਇੱਥੇ ਰਹੋਗੇ, ਕਿੱਥੇ ਰਹੋਗੇ।
ਹੁਣ ਗੱਲ ਕੀਤੀ ਗਈ ਆ ਸਟੂਡੈਂਟ ਦੀ, ਸਟੂਡੈਂਟ ਨੂੰ ਵਾਪਸ ਭੇਜਿਆ ਗਿਆ। ਜਦੋਂ ਆਪਾਂ ਉਸ ਚੀਜ਼ ਉੱਤੇ ਵਰਕਆਊਟ ਕੀਤਾ, ਦੇਖਿਆ, ਕਹਿੰਦੇ 7 ਬੈਂਡ ਵਾਲਾ ਸਟੂਡੈਂਟ ਵਾਪਸ ਭੇਜਦਾ। ਮੈਨੂੰ ਨਹੀਂ ਪਤਾ 7 ਬੈਂਡ ਕਿਵੇਂ ਆਏ ਸੀ, ਆਪ ਲਏ ਸੀ, ਖਰੀਦੇ ਸੀ, ਆਪਾਂ ਨੂੰ ਉਸ ਚੀਜ਼ ਬਾਰੇ ਨਹੀਂ ਪਤਾ। ਪਰ ਮੈਂ ਇੱਕ ਗੱਲ ਸਟੂਡੈਂਟ ਵੀਜ਼ਾ ਵਾਲੇ ਸਟੂਡੈਂਟਸ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਕੇਸ, ਜਿਹੜੇ ਇਹੋ ਜਿਹੇ ਕੇਸ ਹੁੰਦੇ ਨੇ, ਇਹ 10,000 ਪਿੱਛੇ ਇੱਕ ਹੁੰਦਾ। ਠੀਕ ਹੈ ਜੀ। ਹੁਣ ਕਿਉਂ ਹੁੰਦਾ ਉਹ? ਤੁਸੀਂ ਸਟੂਡੈਂਟ ਪਰਮਿਟ 'ਤੇ ਆਏ ਹੋ, CBSE ਨੇ ਤੁਹਾਡੇ ਤੋਂ, ਜਦੋਂ ਤੁਸੀਂ ਪਹਿਲੀ ਵਾਰੀ ਐਂਟਰ ਹੁੰਦੇ ਹੋ ਵੀਜ਼ਾ ਹੱਥ 'ਚ ਲੈ ਕੇ, ਤਾਂ ਤੁਹਾਨੂੰ CBSE ਦੇ ਆਫਿਸਰ ਤੁਹਾਨੂੰ ਅੰਦਰ ਇੱਕ ਕਮਰੇ 'ਚ, ਇੱਕ ਹਾਲ 'ਚ ਭੇਜਦੇ ਆ। ਉੱਥੇ ਕਈ ਪੈਨਲ ਬੈਠੇ ਹੁੰਦੇ, ਜੱਜਾਂ ਦੇ ਪੈਨਲ ਹੀ ਕਹਿ ਸਕਦੇ ਹਾਂ ਆਪਾਂ, CBSE ਦੇ ਆਫਿਸਰ ਬੈਠੇ ਹੁੰਦੇ ਆ। ਤੁਸੀਂ ਉੱਥੇ, ਤੁਹਾਨੂੰ ਲਾਈਨ ਅਪ ਕੀਤਾ ਜਾਂਦਾ, ਜਿੰਨੇ ਪਹਿਲੀ ਵਾਰੀ ਉੱਥੇ ਪਹੁੰਚੇ ਹੁੰਦੇ ਆ ਜਾਂ ਜਿਨ੍ਹਾਂ ਦੇ ਕੇਸ ਨੂੰ ਲੈ ਕੇ ਕੋਈ ਡਾਊਟ ਹੁੰਦਾ, ਜਦੋਂ ਤੁਸੀਂ ਇਹ ਜਹਾਜ਼ ਤੋਂ ਉਤਰ ਕੇ ਆਉਂਦੇ ਆ ਤਾਂ ਤੁਹਾਨੂੰ ਅੰਦਰ ਭੇਜ ਦਿੱਤਾ ਜਾਂਦਾ। ਉੱਥੇ ਤੁਸੀਂ ਲਾਈਨ ਅਪ ਕਰਕੇ ਖੜ੍ਹਦੇ ਹੋ, 15-20 CBSE ਦੇ ਆਫਿਸਰ ਉੱਥੇ ਬੈਠੇ ਹੁੰਦੇ ਆ, ਅਤੇ ਤੁਹਾਨੂੰ ਵਾਰੀ-ਵਾਰੀ ਬੁਲਾ ਕੇ ਉਹ ਤੁਹਾਡੇ ਨਾਲ ਕੁਝ ਗੱਲਾਂ ਕਰਦੇ ਆ। ਉਸ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਵੀ ਤੁਸੀਂ ਜਾ ਸਕਦੇ ਆ। ਹੁਣ ਉਹ ਗੱਲਾਂ ਕੀ ਨੇ? ਮੰਨ ਲਓ ਤੁਸੀਂ ਸਟੂਡੈਂਟ ਵੀਜ਼ਾ 'ਤੇ ਏਅਰਪੋਰਟ 'ਤੇ ਉਤਰੇ ਹੋ, ਤੁਹਾਡੀ ਵਾਰੀ ਆਈ ਹੈ, ਤੁਹਾਡੇ CBSE ਦੇ ਆਫਿਸਰ ਨੇ ਤੁਹਾਨੂੰ ਬੁਲਾਇਆ, ਸਵਾਲ ਪੁੱਛੇ ਜਾਣੇ ਨੇ। ਕੀ ਪੁੱਛੇ ਜਾਣੇ ਨੇ? 4-5 ਗੱਲਾਂ ਹੀ ਨੇ। ਪਹਿਲੀ ਗੱਲ ਤਾਂ ਇਹ ਆ, ਤੁਸੀਂ ਸਟੂਡੈਂਟ ਹੋ, ਤੁਸੀਂ ਲੈਂਗੁਏਜ ਟੈਸਟ ਕਲੀਅਰ ਕਰਕੇ ਆਏ ਹੋ। ਲੈਂਗੁਏਜ ਟੈਸਟ ਕਲੀਅਰ ਕਰਨਾ ਤੁਹਾਡੇ ਲਈ ਜ਼ਰੂਰੀ ਆ। ਕਿਉਂ ਜ਼ਰੂਰੀ ਆ? ਤੁਸੀਂ ਇੰਗਲਿਸ਼ ਸਪੀਕਿੰਗ ਕੰਟਰੀ 'ਚ ਆਏ ਹੋ, ਇੰਗਲਿਸ਼ ਦੇ ਵਿੱਚ ਪੜ੍ਹਨਾ। ਜੇ ਤੁਹਾਨੂੰ ਇੰਗਲਿਸ਼ ਸਮਝ ਨਹੀਂ ਆਉਂਦੀ, ਬੋਲਣੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਤੁਸੀਂ ਪੜ੍ਹ ਨਹੀਂ ਸਕਦੇ। ਗੱਲ ਕਲੀਅਰ ਆ? ਵੈਰੀ ਕਲੀਅਰ ਆ। ਬਹੁਤ ਛੋਟੀ ਗੱਲ ਆ, ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਕਿਸੇ ਨੂੰ। ਹੁਣ ਉਹ ਸਟੂਡੈਂਟ ਤੋਂ ਸਵਾਲ ਪੁੱਛੇ ਗਏ ਜੋ ਪੁੱਛੇ ਜਾਣੇ ਚਾਹੀਦੇ ਹੁੰਦੇ ਆ ਕਿ ਤੁਸੀਂ ਕਿਸ ਪਰਮਿਟ ਤੇ ਕੈਨੇਡਾ ਆਏ ਹੋ, ਕਿਹੜੀ ਚੀਜ਼ ਤੁਹਾਨੂੰ ਕੈਨੇਡਾ ਲੈ ਕੇ ਆਈ ਆ। ਉਹ ਕਹਿੰਦਾ ਜੀ ਮੈਂ ਪੜ੍ਹਨ ਆਇਆ, ਸਟੂਡੈਂਟ ਆ ਮੈਂ। ਤੁਸੀਂ ਆਪਦੇ ਡਾਕੂਮੈਂਟਸ ਦਿਓ ਸਾਨੂੰ। ਡਾਕੂਮੈਂਟਸ ਕੀ ਨੇ? ਆਫਰ ਲੈਟਰ, GIC ਸਰਟੀਫਿਕੇਟ, ਅਕੈਡਮਿਕ ਡਾਕੂਮੈਂਟਸ, ਪਾਸਪੋਰਟ, ਉਹ ਸਾਰਾ ਚੀਜ਼ਾਂ ਤੁਸੀਂ ਉਹਨੂੰ ਹੈਂਡਓਵਰ ਕਰਨੀਆਂ। ਹੁਣ ਉਹ CBSE ਦਾ ਆਫਿਸਰ ਕੋਲੇ ਹਰ ਤਰ੍ਹਾਂ ਦੇ ਰਾਈਟਸ ਨੇ, ਉਹ ਤੁਹਾਡੇ ਤੋਂ ਪੁੱਛ ਸਕਦਾ, ਕੋਈ ਵੀ ਸਵਾਲ ਪੁੱਛ ਸਕਦਾ। ਪਰ ਕਿਹੜੇ ਸਵਾਲ ਪੁੱਛੇ ਜਾਂਦੇ ਨੇ ਮੇਜਰ? ਜੇ ਤੁਸੀਂ ਸਟੂਡੈਂਟ ਹੋ ਤਾਂ ਤੁਸੀਂ ਕਿਹੜੇ ਕੋਰਸ ਦੇ ਵਿੱਚ ਆਏ ਹੋ, ਕਿਹੜੇ ਕਾਲਜ 'ਚ ਪੜ੍ਹਨਾ ਤੁਸੀਂ, ਉਹ ਕਾਲਜ ਕਿਹੜੇ ਸ਼ਹਿਰ 'ਚ ਆ, ਉਹਦਾ ਐਡਰੈਸ ਕੀ ਆ, ਤਾਂ ਤੁਸੀਂ ਕਿੱਥੇ ਰਹਿਣਾ। ਜੇ ਤੁਸੀਂ ਕੋਰਸ ਸ਼ੁਰੂ ਹੋਣ ਤੋਂ ਮਹੀਨਾ-1.5 ਮਹੀਨਾ ਪਹਿਲਾਂ ਹੀ ਪਹੁੰਚ ਗਏ ਉੱਥੇ, ਤਾਂ ਇੱਕ ਸਵਾਲ ਹੋਰ ਉਪਜ ਪੈਂਦਾ ਉੱਥੇ ਕਿ ਇੰਨਾ ਟਾਈਮ ਪਹਿਲਾਂ ਕਿਉਂ ਆਏ ਹੋ, ਹਜੇ ਕਲਾਸਾਂ ਦਾ ਮਹੀਨਾ ਬਾਅਦ ਆ ਤੁਹਾਡੀਆਂ। ਹੁਣ ਇਹ ਇੱਕ ਪ੍ਰੀ ਡਿਪਾਰਚਰ ਸੈਸ਼ਨ ਹਰ ਇਮੀਗ੍ਰੇਸ਼ਨ ਕੰਸਲਟੈਂਟ ਨੇ ਆਪਦੇ ਸਟੂਡੈਂਟ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀ ਨੂੰ, ਸਟੂਡੈਂਟ ਨੂੰ ਦੇਣਾ ਹੁੰਦਾ ਆ ਕਿ ਤੂੰ ਕਿਹੜੇ ਕੋਰਸ 'ਚ ਆ। ਸਟੂਡੈਂਟ ਦੀ ਵੀ ਇਹ 100% ਡਿਊਟੀ ਬਣਦੀ ਹੈ ਕਿ ਉਹਨੂੰ ਪਤਾ ਹੋਣਾ ਚਾਹੀਦਾ। ਜੇ ਤੁਸੀਂ ਪੜ੍ਹਨ ਚੱਲੇ ਆ ਤਾਂ ਐਟਲੀਸਟ ਤੁਹਾਨੂੰ ਇਹ ਤਾਂ ਪਤਾ ਹੀ ਹੋਊਗਾ ਨਾ ਤੁਸੀਂ ਕੋਰਸ ਕਿਹੜੇ 'ਚ ਚੱਲੇ ਹੋ। ਨੰਬਰ 2 ਤੇ ਕਾਲਜ ਦਾ 100% ਪਤਾ ਹੋਣਾ ਚਾਹੀਦਾ ਵੀ ਕਿਹੜੇ ਕਾਲਜ 'ਚ ਚੱਲੇ ਹੋ। ਤੀਸਰੀ ਚੀਜ਼ GIC ਭਰਿਆ, ਕਿੰਨਾ ਭਰਿਆ, ਕਿਹੜੇ ਬੈਂਕ 'ਚ ਭਰਿਆ, ਨੋਵਾ ਸਕੋਸ਼ੀਆ 'ਚ, ਸਕੋਸ਼ੀਆ ਬੈਂਕ 'ਚ ਜਾਂ ICICI 'ਚ, ਕਿੰਨੇ ਡਾਲਰ ਭਰੇ ਨੇ, ਫੀ ਕਿੰਨੇ ਡਾਲਰ ਭਰੀ ਆ, ਕਿਹੜੇ ਕੋਰਸ ਦੀ ਆ, ਕਾਲਜ ਕਿੱਥੇ ਆ। ਜੇ ontario ਦੇ ਵਿੱਚ ਆ ਤਾਂ ontario ਦੇ ਕਿੰਨੇ ਸ਼ਹਿਰ ਨੇ, ਬਰੈਂਪਟਨ 'ਚ ਆ, ਹੈਮਿਲਟਨ 'ਚ ਆ, ਕਿਚਨਰ 'ਚ ਆ, ਪੀਟਰਬਰੂ ਆ, ਸਕਾਟਬਰੂ ਆ, ਕਿੱਥੇ ਆ, ਉਹਦਾ ਐਗਜ਼ੈਕਟ ਐਡਰੈਸ ਕੀ ਆ। ਤੁਸੀਂ ਉੱਤਰ ਤਾਂ ਪੀਅਰਸਨ ਏਅਰਪੋਰਟ 'ਤੇ ਰਹੇ ਹੋ, ਮਿਸੀਸਾਗਾ, ਕਾਲਜ ਤੁਹਾਡਾ ਕਿਚਨਰ ਆ, ਜਾਂ ਤੁਸੀਂ ਮੰਨ ਲਓ ਸਕਾਟਬਰੂ ਆ, ਇੱਥੋਂ 2-2 ਘੰਟੇ ਦੀ ਡਰਾਈਵ ਆ, ਤਾਂ ਤੁਸੀਂ ਇੱਥੇ ਹੀ ਰਹਿਣਾ, ਬਰੈਂਪਟਨ ਰਹਿਣਾ। ਜਾਂ ਜੇ ਤੁਸੀਂ ਬਰੈਂਪਟਨ ਰਹਿਣਾ ਤਾਂ ਉੱਥੇ ਪੜ੍ਹਨ ਕਿਵੇਂ ਜਾਓਗੇ? ਓਬਵੀਅਸਲੀ ਤੁਸੀਂ ਇਹ ਕਹੋਗੇ ਕਿ ਮੈਂ ਕਿਚਨਰ ਜਾ ਕੇ ਰਹੂੰਗਾ ਜਾਂ ਮੈਂ ਉੱਥੇ ਕਾਲਜ ਦੇ ਨੇੜੇ ਅਕੋਮੋਡੇਸ਼ਨ ਲੱਭੂੰਗਾ। ਉਹ ਤੁਹਾਡੇ ਸਵਾਲ ਜਿਹੜੇ ਕਿ ਸਹੀ ਤਰੀਕੇ ਦੇ ਤੁਹਾਨੂੰ ਆਨਸਰ ਤੁਸੀਂ ਦੱਸ ਸਕਦੇ ਹੋ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਐਂਡ ਸਭ ਤੋਂ ਵੱਡੀ ਚੀਜ਼ ਆ ਜਿਹੜੀ, ਉਹ ਇਹ ਆ ਕਿ ਇੰਟਰਪ੍ਰੇਟਰ ਨਹੀਂ ਮਿਲੂਗਾ ਤੁਹਾਨੂੰ। ਇੰਗਲਿਸ਼ ਦੇ ਕੁਐਸਚਨਸ ਪੁੱਛੇ ਜਾਣਗੇ ਇੰਗਲਿਸ਼ ਦੇ ਵਿੱਚ ਹੀ, ਅਤੇ ਤੁਹਾਨੂੰ ਇੰਗਲਿਸ਼ 'ਚ ਹੀ ਆਨਸਰ ਦੇਣੇ ਹੋਣਗੇ ਕਿਉਂਕਿ ਤੁਸੀਂ ਆਲਰੇਡੀ ਲੈਂਗੁਏਜ ਟੈਸਟ ਕਲੀਅਰ ਕਰਕੇ ਆਏ ਹੋ 6 in each ਨਾਲ ਔਰ 6.5 6 in each ਨਾਲ। ਠੀਕ ਹੈ ਜੀ। ਹੁਣ ਜੇ ਕਿਸੇ ਬੱਚੇ ਨੇ, ਜੇ ਮੈਂ ਉਹਦੀ ਗੱਲ ਕਰਾਂ ਜਿਹਨੂੰ ਵਾਪਸ ਭੇਜਿਆ ਗਿਆ, ਉਹ ਕਹਿੰਦੇ ਵੀ 24 ਘੰਟੇ ਲਏ ਉਹਨੇ ਕਿ ਮੈਂ ਡਰ ਗਿਆ, ਘਬਰਾ ਗਿਆ। ਘਬਰਾਉਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਉੱਥੇ। ਘਬਰਾਉਣ ਵਾਲੀ ਕੀ ਗੱਲ? ਤੁਹਾਡੇ ਤੋਂ ਸਿਰਫ ਇਹ ਪੁੱਛਿਆ ਗਿਆ ਕਿ ਤੁਸੀਂ ਕਾਲਜ ਕਿਹੜੇ ਆਏ ਹੋ, ਕੋਰਸ ਕਿਹੜੇ ਆਏ ਹੋ, ਕੋਰਸ ਕਿਹੜੇ 'ਚ ਆਏ ਹੋ, ਅਤੇ ਇਹ 'ਚ ਘਬਰਾਉਣ ਵਾਲੀ ਕੀ ਗੱਲ ਆ? ਇਟ ਮੀਨਸ ਕਿਤੇ ਨਾ ਕਿਤੇ ਜਾ ਕੇ ਲੈਂਗੁਏਜ ਦੀ ਪ੍ਰੋਬਲਮ ਸੀ। ਅਤੇ ਜੇ ਤੁਹਾਨੂੰ ਲੈਂਗੁਏਜ ਦੀ ਪ੍ਰੋਬਲਮ ਹੈਗੀ ਆ, ਤੁਸੀਂ ਇੰਗਲਿਸ਼ ਸਮਝ ਨਹੀਂ ਸਕਦੇ, ਇੰਗਲਿਸ਼ ਪੜ੍ਹ ਨਹੀਂ ਸਕਦੇ, ਫਿਰ ਤੁਹਾਡੇ ਆਇਲਸ 'ਚੋਂ ਬੈਂਡ ਨਹੀਂ ਆ ਸਕਦੇ। ਜੇ ਤੁਹਾਡੇ ਆਇਲਸ 'ਚੋਂ 6 ਬੈਂਡ ਆ ਤਾਂ ਫਿਰ ਤੁਹਾਨੂੰ ਇੰਗਲਿਸ਼ ਬੋਲਣੀ ਆਉਂਦੀ ਆ, ਸਮਝਣੀ ਵੀ ਆਉਂਦੀ ਆ, ਫਿਰ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ। ਆਪਦੇ ਪੁੱਛੇ ਗਏ ਸਵਾਲਾਂ ਦੇ
ਸੁਚੱਜੇ ਤਰੀਕੇ ਨਾਲ ਆਨਸਰ ਦਿਓ, ਬਿਨਾਂ ਘਬਰਾਏ, ਬਿਨਾਂ ਡਰੇ, ਬਿਨਾਂ ਨਰਵਸ ਹੋਏ, ਬਿਨਾਂ ਪੈਨਿਕ ਹੋਏ। ਆਈ ਨਹੀਂ ਹੈਗਾ ਕਿ ਉਹ ਸਾਰੀ ਦੁਨੀਆ ਨੂੰ ਉੱਥੇ ਵਾਪਸ ਭੇਜੀ ਜਾਂਦੇ ਜਾਂ ਮੋੜੀ ਜਾਂਦੇ ਆ। ਇਹ ਐਵੇਂ ਇੱਕ ਅੱਧੀ ਜਿਹੜੀ ਗੱਲ ਹੁੰਦੀ ਹੁਣ ਤੁਸੀਂ ਜਨਵਰੀ ਸੈਸ਼ਨ ਦੇ ਵਿੱਚ ਕਿੰਨਾ ਸਟੂਡੈਂਟ ਚਲਿਆ ਗਿਆ ਤੇ ਜਨਵਰੀ ਸੈਸ਼ਨ ਲਈ ਉਹ ਸਟੂਡੈਂਟ ਵਾਪਸ ਭੇਜਿਆ, ਇੱਕ ਸਟੂਡੈਂਟ ਭੇਜਿਆ ਵਾਪਸ, ਅਸੀਂ ਦੇਖ ਲਿਆ ਤੇ ਉਹ ਅੱਗ ਦੀ ਜੰਗਲ ਦੀ ਅੱਗ ਵਾਂਗੂ ਉਹ ਗੱਲ ਫੈਲਾਤੀ। ਇਹਦਾ ਮਤਲਬ ਇਹ ਨਹੀਂ ਹੈਗਾ, ਉਹ ਤਾਂ ਗਲਤੀ ਉਹਦੀ ਹੋਣੀ ਹੈ। ਹੁਣ ਜੇ ਤੁਹਾਨੂੰ ਇੰਗਲਿਸ਼ ਨਹੀਂ ਆਈ, ਤੁਸੀਂ ਇੰਗਲਿਸ਼ ਬੋਲ ਹੀ ਨਹੀਂ ਪਾ ਰਹੇ, ਤੁਸੀਂ ਬੈਂਡ ਕਿੱਥੋਂ ਲੈ ਕੇ ਆਏ ਹੋ 7? ਇਹ ਵੀ ਸਵਾਲ ਖੜਾ ਹੁੰਦਾ ਵੀ ਕਿੱਥੋਂ ਆਏ ਨੇ ਉਹ, ਕਿਸੇ ਦੁਕਾਨ ਤੋਂ ਤਾਂ ਮਿਲਦੇ ਨਹੀਂ ਉਹ। ਠੀਕ ਆ ਜੀ। ਤੇ ਜੇ ਤੁਹਾਨੂੰ ਇੰਗਲਿਸ਼ 7 ਬੈਂਡ ਆ ਤੁਹਾਡੇ ਤੇ ਇੰਗਲਿਸ਼ ਤੁਸੀਂ ਸਮਝ ਵੀ ਨਹੀਂ ਪਾ ਰਹੇ, ਬੋਲ ਵੀ ਨਹੀਂ ਪਾ ਰਹੇ, 24 ਘੰਟੇ ਤੁਹਾਨੂੰ ਦਿੱਤੇ ਵੀ ਤੁਸੀਂ ਪੈਨਿਕ ਆ ਤਾਂ 24 ਘੰਟੇ ਸਾਹ ਲੈ ਲਓ, 24 ਘੰਟਿਆਂ ਬਾਅਦ ਪੁੱਛਾਂਗੇ, 24 ਘੰਟਿਆਂ ਬਾਅਦ ਵੀ ਨਹੀਂ ਆਏ ਆਨਸਰ, ਤੇ ਵਾਪਸ ਭੇਜਣਾ ਬਣਦਾ ਸੀ, ਵਾਪਸ ਜਾਣਾ ਹੀ ਬਣਦਾ ਸੀ, ਰਹਿਣਾ ਵੀ ਬਣਦਾ, ਇੰਡੀਆ ਜਾ ਕੇ ਰਹੋ, ਕੋਈ ਏਡੀ ਪ੍ਰੋਬਲਮ ਨਹੀਂ ਹੈਗੀ। ਠੀਕ ਆ ਜੀ। ਤੇ ਜੇ ਤੁਸੀਂ ਇੰਗਲਿਸ਼ ਤੁਹਾਨੂੰ ਨਹੀਂ ਆਉਂਦੀ, ਇੱਥੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ, ਐਜ਼ ਏ ਸਟੂਡੈਂਟ ਤਾਂ ਬਿਲਕੁਲ ਹੀ ਨਹੀਂ ਬਣਦਾ, ਕਿਉਂਕਿ ਕਾਲਜ 'ਚ ਪੜ੍ਹਨਾ ਇੰਗਲਿਸ਼ ਸਮਝ ਆਉਣੀ ਤੇ ਬੋਲਣੀ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ। ਕੁਐਸਚਨ ਕੀ ਪੁੱਛੇ ਜਾਣੇ ਆ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ। ਇਹੀ ਸਵਾਲ ਪੁੱਛੇ ਜਾਂਦੇ ਨੇ 10,000 ਦੇ ਵਿੱਚੋਂ। ਜੇ ਆਪਾਂ ਗੱਲ ਕੀਤੀ, ਇੱਕ ਅੱਧਾ ਸਟੂਡੈਂਟ ਹੀ ਹੁੰਦਾ ਵੀ ਕੋਈ ਹੋਰ ਕੁਐਸਚਨਿੰਗ ਹੋ ਜਾਵੇ, ਉਹ ਵੀ ਤਾਂ ਕਰਕੇ ਜੇ ਉਹਨਾਂ ਨੂੰ ਡਾਊਟਫੁਲ ਹੋ ਜਾਣ ਕਿਸੇ ਚੀਜ਼ ਨੂੰ ਲੈ ਕੇ। ਡਾਊਟਫੁਲ ਉਹ ਤਾਂ ਹੁੰਦੇ ਨੇ ਜੇ ਤੁਹਾਡੇ ਕੇਸ ਦੇ ਵਿੱਚ ਕੁਛ ਗਲਤ ਆ, ਇਫ ਦੇयर ਇਜ਼ ਸਮਥਿੰਗ ਬਲੈਕ ਐਟ ਦੀ ਬਾਟਮ। ਜੇ ਸਹੀ ਆ ਨਾ ਸਾਰਾ ਕੁਛ, ਤਾਂ ਉਹ ਕਦੇ ਵੀ ਸਵਾਲ ਪੁੱਠਾ ਸਿੱਧਾ ਨਹੀਂ ਪੁੱਛਦੇ, ਕੋਈ ਇਹੋ ਜਿਹਾ ਜੱਗੋਂ 13ਵਾਂ ਸਵਾਲ ਨਹੀਂ ਪੁੱਛਦੇ ਜਿਹੜਾ ਤੁਹਾਡੇ ਨੌਲੇਜ ਤੋਂ, ਤੁਹਾਡੀ ਇਨਫੋਰਮੇਸ਼ਨ ਤੋਂ ਬਾਹਰਲਾ ਹੁੰਦਾ। ਤੁਹਾਡੇ ਨਾਲ ਸੰਬੰਧਿਤ, ਤੁਹਾਡੇ ਕੋਰਸ ਨਾਲ ਸੰਬੰਧਿਤ, ਕਾਲਜ ਨਾਲ ਸੰਬੰਧਿਤ ਹੀ ਸਵਾਲ ਪੁੱਛੇ ਜਾਂਦੇ ਨੇ। ਠੀਕ ਹੈ ਜੀ। ਸੋ ਇਹ ਤਾਂ ਜਵਾਬ ਹੋ ਗਿਆ ਉਹਨਾਂ ਸਟੂਡੈਂਟਸ ਨੂੰ। ਪਲੀਜ਼ ਧਿਆਨ ਨਾਲ ਸੁਣ ਲਿਓ ਜਿਹੜੇ ਲਗਾਤਾਰ ਕਾਲ ਕਰ ਰਹੇ ਸੀ, ਸਟੂਡੈਂਟ ਵਾਪਸ ਭੇਜਣੇ ਸ਼ੁਰੂ ਕਰਤੇ। ਕੋਈ ਵਾਪਸ ਨਹੀਂ ਭੇਜਣੇ ਸ਼ੁਰੂ ਕੀਤੇ, ਕੋਈ ਐਸੀ ਗੱਲ ਨਹੀਂ ਹੁੰਦੀ। ਇਹ ਇੱਕ ਗੱਲ ਨੂੰ ਇਕੱਲੀ ਇੱਕ ਖਬਰ ਦੇ ਮਗਰ ਨਹੀਂ ਪੈ ਜਾਈਦਾ ਹੁੰਦਾ, ਇੱਕ ਚੀਜ਼ ਨਹੀਂ ਦੇਖੀ ਜਾਈਦੀ ਹੁੰਦੀ। ਕੁਛ ਨਹੀਂ ਹੋਇਆ, ਸਾਰਾ ਕੁਛ ਨੋਰਮਲ ਚੱਲ ਰਿਹਾ। ਹੁਣ ਆਪਾਂ ਗੱਲ ਕਰੀਏ IDP ਦੀ, ਜਿਹੜਾ ਸਭ ਤੋਂ ਹੁਣ ਇਸ ਵਕਤ ਦਾ ਆਇਲਸ ਇੰਸਟੀਚਿਊਟ ਰਨ ਕਰ ਰਹੇ ਆ। ਇਸ ਲਈ ਸਭ ਤੋਂ ਵੱਧ ਜਿਹੜਾ ਇਸ ਸਵਾਲ ਦਾ ਸਾਹਮਣਾ ਮੈਨੂੰ ਕਰਨਾ ਪੈ ਰਿਹਾ, ਸਾਨੂੰ ਕਰਨਾ ਪੈ ਰਿਹਾ, ਉਹਨਾਂ ਲੋਕਾਂ ਨੂੰ ਕਰਨਾ ਪੈ ਰਿਹਾ ਜਿਹੜੇ ਆਇਲਸ ਇੰਸਟੀਚਿਊਟਸ ਰਨ ਕਰ ਰਹੇ ਨੇ, ਕਿ IDP ਤਾਂ ਜੀ ਬੰਦ ਹੋ ਗਿਆ। ਹੁਣ ਮੈਂ ਵੀ ਏਕੋਸ ਦਾ ਮੈਂਬਰ ਹਾਂ, ਮੇਰੇ ਹੋਰ ਵੀ ਮੈਂਬਰ ਸਾਹਿਬਾਨ ਮੇਰੇ ਤੋਂ ਜਿਹੜੇ ਸੀਨੀਅਰ ਨੇ, ਉਹਨਾਂ ਨੇ ਵੀ ਕਿਹਾ ਵੀ ਸੇ ਨੋ ਟੂ IDP। ਦੇਖੋ ਜੀ, ਆਪਾਂ ਨੂੰ ਗੱਲ ਕਰਨੀ ਆਉਂਦੀ ਹੈ ਸਿੱਧੀ, ਤੇ ਗੱਲ ਮੈਂ ਸਿੱਧੀ ਤੁਹਾਨੂੰ ਦੱਸਣ ਲੱਗਿਆ। IDP ਇੱਕ ਉਹ ਬੋਡੀ ਆ, ਇੱਕ ਉਹ ਆਰਗੇਨਾਈਜੇਸ਼ਨ ਆ, ਇੱਕ ਉਹ ਫਰਮ ਆ ਜਿਹਨੂੰ ਟੈਸਟ ਕੰਡਕਟ ਕਰਨ ਦੀ, ਟੈਸਟ ਸੈਟਅਪ ਕਰਨ ਦੀ ਅਥਾਰਟੀ ਆ। ਤੇ ਆਇਲਸ ਇੱਕ ਉਹ ਟੈਸਟ ਆ ਜਿਸ ਨੂੰ ਕਲੀਅਰ ਕਰਕੇ ਤੁਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਆਪਦਾ ਕੇਸ ਅਪਲਾਈ ਕਰ ਸਕਦੇ ਹੋ, ਜਾਂ ਕਿਤੋਂ ਦੀ ਕਿਸੇ ਜਗ੍ਹਾ ਦੀ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਹੋ। ਹੁਣ ਇੱਕ ਬੋਡੀ ਕੋਲ ਇਹ ਅਥਾਰਟੀ ਹੈ ਕਿ ਉਹ ਟੈਸਟ ਵੀ ਸੈਟਅਪ ਕਰੂਗੀ, ਟੈਸਟ ਨੂੰ ਇਵੈਲੂਏਟ ਵੀ ਕਰੂਗੀ, ਤੁਹਾਨੂੰ ਬੈਂਡ ਵੀ ਦੇਊਗੀ। ਤੇ ਉਹੀ ਸੇਮ ਬੋਡੀ ਜਦੋਂ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਵੀ ਕੰਮ ਕਰਨ ਲੱਗ ਜਾਵੇ ਆ ਕੇ, ਤਾਂ ਕਿਤੇ ਨਾ ਕਿਤੇ ਜਾ ਕੇ ਉਹ ਡਾਊਟਫੁਲ ਤਾਂ ਹੋਣਗੇ, ਲੋਕ ਵੀ ਡਾਊਟਫੁਲ ਹੋਣਗੇ। ਇਮੀਗ੍ਰੇਸ਼ਨ ਕੰਸਲਟੈਂਟਸ ਜਿਹੜੇ ਬੈਠੇ ਨੇ, ਜਿਹੜੇ ਮੇਰੇ ਵੀਰ ਭਾਈ ਅਸੀਂ ਇੱਕੋ ਪਲੇਟਫਾਰਮ 'ਤੇ ਕੰਮ ਕਰ ਰਹੇ ਹਾਂ, ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਇਹ ਜ਼ਰੂਰ ਲੱਗੂਗਾ ਕਿ IDP ਉਹ ਫਰਮ ਆ ਜਿਹੜੀ ਟੈਸਟ ਕੰਡਕਟ ਕਰਦੀ ਆ, ਐਂਡ ਮਾਰਕੀਟ ਦੇ ਵਿੱਚ ਜਿਹੜੇ ਟੈਸਟ ਦੇਣ ਜਾਂਦੇ ਨੇ ਬੱਚੇ, ਉਹਨਾਂ ਦਾ ਜਿਹੜਾ ਡਾਟਾ ਉਹਨਾਂ ਕੋਲ ਡਾਇਰੈਕਟ ਹੀ ਪਿਆ ਵਾ। ਤੇ ਆਇਲਸ ਦੇ ਵਿੱਚ ਆਇਲਸ ਦਾ ਟੈਸਟ ਕੰਡਕਟ ਕਰਨ ਵਾਲੀ ਬੋਡੀ ਜਦੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਲੱਗ ਜੂਗੀ, ਜੇ ਉਹ ਆਇਲਸ ਇੰਸਟੀਚਿਊਟ ਵੀ ਖੋਲ੍ਹ ਲੈਣਾ, ਚਲੋ ਆਇਲਸ ਇੰਸਟੀਚਿਊਟ ਤਾਂ ਨਹੀਂ ਖੋਲ੍ਹੀ ਉਹਨਾਂ ਨੇ, ਕੋਚਿੰਗ ਤਾਂ ਨਹੀਂ ਦਿੰਦੇ, ਉਹ ਦੇ ਹੀ ਨਹੀਂ ਸਕਦੇ ਹੁਣੇ, ਤਾਂ ਜਿਸ ਉਹ ਫੀਲਡ ਦੇ ਵਿੱਚ ਆ ਗਏ ਨੇ, ਤਾਂ ਉਹ ਫੀਲਡ ਕਿਤੇ ਨਾ ਕਿਤੇ ਜਾ ਕੇ ਇਹ ਫੀਲ ਕਰਾ ਸਕਦਾ, ਇਹ ਜਿਵੇਂ ਕਾਲਜ ਨੂੰ ਫੀਲ ਹੋਇਆ ਇੱਕ ਨੂੰ, ਜਿਨ੍ਹਾਂ ਨੇ ਕਿਹਾ ਕਿ ਆਇਲਸ ਦੇ ਅਸੀਂ ਜਿਹੜੇ ਬੱਚੇ ਸਾਡੇ ਕੋਲ IDP ਤੋਂ ਟੈਸਟ ਕਲੀਅਰ ਕਰਕੇ ਆਏ ਆ, ਉਹ ਦੁਬਾਰੇ ਟੈਸਟ ਦੇਣ ਇੱਥੇ, ਤਾਂ ਕਰਕੇ ਅਸੀਂ ਜੱਜ ਕਰ ਸਕੀਏ ਕਿ ਉਹਨਾਂ ਦੀ ਲੈਂਗੁਏਜ ਪ੍ਰੋਫੀਸ਼ੀਐਂਸੀ ਐਟ ਪਾਰ ਆ। ਜੋ ਬੈਂਡ IDP ਨੇ ਉਹਨਾਂ ਨੂੰ ਦੇ ਕੇ ਭੇਜੇ ਨੇ, ਉਹ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਆ ਗਏ। ਤੇ ਮੈਂ ਇਹ ਗੱਲ ਸ਼ਾਇਦ ਕਿਸੇ ਨੇ ਸਪਸ਼ਟ ਰੂਪ 'ਚ ਕਹੀ ਨਹੀਂ, ਮੈਂ ਸਪਸ਼ਟ ਰੂਪ 'ਚ ਕਹਿਣਾ ਉਹਨਾਂ ਨੂੰ ਵੀ IDP ਅਸੀਂ ਤਾਂ ਚਲੋ ਕੌਣ ਹੁੰਦੇ ਆ ਇਹ ਕਹਿ ਕੇ ਬੰਦ ਤਾਂ ਨਹੀਂ ਅਸੀਂ ਕਰਾ ਸਕਦੇ ਜਾਂ ਇਹ ਕੰਮ ਕਰਨੋਂ, ਪਰ ਮੇਰੇ ਹਿਸਾਬ ਦੇ ਨਾਲ ਜਿਹੜੀ ਫਰਮ ਕੋਲੇ, ਜਿਹੜੀ ਬੋਡੀ ਕੋਲੇ ਅਥਾਰਟੀ ਆ ਟੈਸਟ ਕੰਡਕਟ ਕਰਨ ਦੀ ਤੇ ਟੈਸਟ ਸੈਟਅਪ ਕਰਨ ਦੀ, ਉਹਨੂੰ ਕਿਸੇ ਹੋਰ ਫੀਲਡ ਦੇ ਵਿੱਚ, ਆਇਲਸ ਕੋਚਿੰਗ ਐਂਡ ਇਮੀਗ੍ਰੇਸ਼ਨ ਫੀਲਡ ਦੇ ਵਿੱਚ ਕੰਮ ਨਹੀਂ ਕਰਨਾ ਚਾਹੀਦਾ। ਉਹ 100% ਸ਼ੱਕ ਦੇ ਘੇਰੇ ਦੇ ਵਿੱਚ ਆਉਣਗੇ ਹੀ ਆਉਣਗੇ। ਠੀਕ ਹੈ ਜੀ। ਚਲੋ ਵੈਸੇ ਉਹ ਬਹੁਤ ਵੱਡੀ ਕੰਪਨੀ ਆ, ਮੇਰੇ ਬੋਲੇ ਗਏ ਬੋਲ ਉਹਨਾਂ ਤੱਕ ਪਹੁੰਚਣਗੇ ਤਾਂ ਨਹੀਂ,
ਪਰ ਮੈਂ ਜਾਣੀ ਲੋਕਾਂ ਨੇ ਇਹ ਗੱਲ ਘੁਮਾ ਫਿਰਾ ਕੇ ਕੀਤੀ ਹੈ, ਮੈਂ ਸਿੱਧੀ ਸਪਸ਼ਟ ਕਹਿ ਰਿਹਾ ਵੀ ਇਹੀ ਮੇਨ ਪ੍ਰੋਬਲਮ ਆ। ਕਾਲਜ ਨੂੰ ਵੀ ਇਹੀ ਮੇਨ ਪ੍ਰੋਬਲਮ ਆਈ ਆ ਵੀ ਜੇ ਤੁਸੀਂ ਉਹੀ ਸੇਮ ਕੰਪਨੀ ਸਟੂਡੈਂਟ ਵੀਜ਼ਾ 'ਚ ਡੀਲ ਕਰੀ ਜਾਂਦੀ ਆ, ਉਹੀ ਸੇਮ ਕੰਪਨੀ ਟੈਸਟ ਦਾ ਸੈਟਅਪ ਕਰੀ ਜਾਂਦੀ ਆ। ਠੀਕ ਹੈ ਜੀ। ਤੇ ਕਾਲਜ ਨੇ ਸਿਰਫ ਇੱਕ ਕਾਲਜ ਦੀ ਗੱਲ ਹੋਈ ਹੈ ਹਜੇ ਤੱਕ, ਇੱਕ ਕਾਲਜ ਨੇ ਹੀ ਕਿਹਾ ਕਿ ਜਿਹੜੇ ਸਟੂਡੈਂਟ ਸਾਡੇ ਕੋਲੇ ਆਏ ਨੇ ਪੜ੍ਹਨ ਦੇ ਲਈ, ਉਹਨਾਂ ਨੇ ਆਇਲਸ ਦਾ ਟੈਸਟ ਜਿਹੜਾ ਦਿੱਤਾ ਆ ਉਹਦੀ ਸਾਨੂੰ ਡਾਊਟਫੁਲ ਆ, ਅਸੀਂ ਉਹਨੂੰ ਲੈ ਕੇ, ਉਹਨਾਂ ਦੇ ਬੈਂਡ ਸਕੋਰ ਨੂੰ ਲੈ ਕੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਦੁਬਾਰੇ ਤੁਸੀਂ ਆਪਦੇ ਆਪ ਨੂੰ ਸਹੀ ਪ੍ਰੂਫ ਕਰਨ ਦੇ ਲਈ ਲੈਂਗੁਏਜ ਟੈਸਟ 'ਚ ਦੁਬਾਰੇ ਅਪੀਅਰ ਹੋ ਜਾਓ। ਤੇ ਜੇ ਤੁਹਾਡੇ 6.5 ਬੈਂਡ ਨੇ, ਜੇ ਹੁਣ ਤੁਸੀਂ 6 ਵੀ ਕਰ ਲੈਂਦੇ ਹੋ ਤਾਂ ਓਕੇ ਆ, ਪਰ ਜੇ ਤੁਹਾਡੇ 4 ਰਹਿ ਜਾਂਦੇ ਨੇ ਜਾਂ 5 ਰਹਿ ਜਾਂਦੇ ਨੇ ਤਾਂ ਇਟ ਮੀਨਸ ਕੁਝ ਘਾਲਾ ਮਾਲਾ। ਸੋ ਇਹਨਾਂ ਚੀਜ਼ਾਂ ਕਰਕੇ ਇਹ ਪ੍ਰੋਬਲਮ ਆਈ ਆ। ਹਜੇ ਤੱਕ ਕੋਈ ਐਸੀ ਪ੍ਰੋਬਲਮ ਨਹੀਂ ਹੈਗੀ ਕਿ IDP ਨੂੰ ਕੈਨੇਡਾ ਨੇ ਨਾ ਕਹਿਤੀ ਜਾਂ ਕੈਨੇਡਾ ਨੇ ਕਹਿਤਾ ਵੀ ਹੁਣ ਤੁਸੀਂ IDP 'ਚ ਅਪੀਅਰ ਹੋ ਕੇ ਕੈਨੇਡਾ ਜਾ ਨਹੀਂ ਸਕਦੇ, ਐਸੀ ਹਜੇ ਤੱਕ ਕੋਈ ਗੱਲ ਨਹੀਂ ਹੈਗੀ। ਪਰ ਮੈਂ ਇਹ ਸਪਸ਼ਟ ਗੱਲ ਕਹੂੰਗਾ ਕਿ ਬਜਾਏ ਇਸ ਚੀਜ਼ ਦੇ ਵਿੱਚੋਂ ਬਈ ਆਪਾਂ ਉਹਨਾਂ ਨੂੰ ਇਹ ਕਹੀਏ ਕਿ ਆਪਾਂ ਇਨਡਾਇਰੈਕਟ ਵੇ ਦੇ ਨਾਲ ਅਪੋਜ਼ ਕਰੀਏ IDP ਨੂੰ, ਆਪਾਂ ਡਾਇਰੈਕਟ ਵੇ ਦੇ ਨਾਲ ਅਪੋਜ਼ ਕਰੀਏ, ਇਸ ਤਰੀਕੇ ਨਾਲ ਅਪੋਜ਼ ਕਰੀਏ ਕਿ ਮੇਰੀ ਇਹ ਰਿਕੁਐਸਟ ਆ ਉਹਨਾਂ ਨੂੰ ਕਿ ਜੇ ਤੁਸੀਂ ਆਇਲਸ ਦਾ ਟੈਸਟ ਕੰਡਕਟ ਕਰਨ ਦੀ ਤੁਹਾਡੇ ਕੋਲ ਅਥਾਰਟੀ ਆ, ਆਇਲਸ ਦਾ ਟੈਸਟ ਸੈਟਅਪ ਕਰਨ ਦੀ ਅਥਾਰਟੀ ਆ, ਤਾਂ ਤੁਸੀਂ ਸਟੂਡੈਂਟ ਵੀਜ਼ਾ ਸਟੱਡੀ ਅਬਰੋਡ ਦੇ ਵਿੱਚ ਵਰਕ ਜਾਂ ਕੰਮ ਨਾ ਕਰੋ। ਸੋ ਹਜੇ ਤੱਕ ਇਹੀ ਗੱਲ ਆ, ਇਸ ਤੋਂ ਉੱਪਰ ਦੀ ਕੀ ਗੱਲ ਆ ਹਜੇ ਮੈਨੂੰ ਨਹੀਂ ਲੱਗਦਾ ਕੋਈ ਕੈਨੇਡਾ ਨੇ ਕੋਈ ਬੈਨ ਕਰਤਾ IDP ਨੂੰ ਜਾਂ ਬੈਨ ਕਰ ਸਕਣਗੇ ਜਾਂ ਕਰ ਦੇਣਗੇ, ਐਸੀ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ, ਕੋਈ ਐਸੀ ਗੱਲ ਨਹੀਂ। ਹੁਣ ਆ ਰਿਹਾ ਜੀ ਓਪਨ ਵਰਕ ਪਰਮਿਟ ਵਾਲੇ ਵੀਰਾਂ ਦੇ ਉੱਤੇ। ਬਾਈ ਜੀ ਟੋਰਾਂਟੋ ਜਵਾਕ ਹੋਈ ਸੀ ਤੁਸੀਂ ਸੁਖਪ੍ਰੀਤ ਵੀਰੇ, ਫਰਕ ਤਾਂ ਹੁਣ ਸੁਖਪ੍ਰੀਤ ਜੀ ਟੋਰਾਂਟੋ ਦੀ ਲੜਾਈ ਦੀ ਜਿਹੜੀ ਹੁਣ ਫਰਕ ਨਹੀਂ ਪੈਣਾ ਹੁੰਦਾ ਕੁਛ, ਫਰਕ ਤਾਂ ਕੁਝ ਨਹੀਂ ਹੋਇਆ, ਹੋਇਆ ਵੀ ਨਹੀਂ ਕੁਝ, ਫਰਕ ਤਾਂ ਕੀ ਪੈਣਾ ਹੁੰਦਾ, ਫਰਕ ਨੂੰ ਐਂ ਤਾਂ ਹੈ ਨਹੀਂ ਵੀ ਉਹ ਸਾਰਿਆਂ ਨੂੰ ਫੜ ਕੇ ਬਾਹਰ ਕੱਢ ਦੇਣਗੇ, ਫਰਕ ਤਾਂ ਸਿਰਫ ਇੰਨਾ ਕੀ ਪੈਣਾ ਹੁੰਦਾ ਓਵਰਆਲ ਥੋੜ੍ਹਾ ਬਹੁਤਾ ਜਿਹੜਾ ਆਪਣੀ ਜਿਹੜੀ ਚੀਜ਼ ਗਲਤ ਆ ਹੈ ਨਾ, ਜਿਹੜੀ ਚੀਜ਼ ਗਲਤ ਆ ਨਾ ਉਹ ਗਲਤ ਹੀ ਆ। ਹੁਣ ਜੇ ਆਪਾਂ ਫਰਕ ਨਹੀਂ ਪਾਇਆ ਤਾਂ ਆਪਾਂ ਫਰਕ ਪਵਾਉਣਾ, ਜੇ ਹੁਣ ਫਰਕ ਨਹੀਂ ਪਾਇਆ ਤਾਂ ਇਹਦਾ ਮਤਲਬ ਆਪਾਂ ਹੋਰ ਲੜ ਗਏ। ਇਹ ਜੀ ਗੱਲ ਤਾਂ ਮੈਨੂੰ ਨਹੀਂ ਸਮਝ ਲੱਗੀ ਤੁਸੀਂ ਕਿਉਂ ਕੀਤੀ ਆ, ਜਾਂ ਤੁਸੀਂ ਇਹ ਚਾਹੁੰਦੇ ਆ ਵੀ ਫਰਕ ਪੈਣਾ ਚਾਹੀਦਾ ਸੀਗਾ, ਜਾਂ ਇਸ ਚੀਜ਼ ਨੂੰ ਕਹਿ ਰਹੇ ਵੀ ਲੜਾਈ ਜਸਟੀਫਾਈ ਹੋ ਗਈ ਵੀ ਹੁਣ ਜੇ ਫਰਕ ਨਹੀਂ ਪਿਆ ਤਾਂ ਹੋਰ ਲੜ ਲਈਏ। ਚਲੋ ਮੈਨੂੰ ਨਹੀਂ ਸਮਝ ਲੱਗੀ ਤੁਸੀਂ ਇਹ ਕਿਉਂ ਕੁਐਸਚਨ ਪੁੱਛਿਆ। ਐਨੀਵੇਜ਼, ਕਿਉਂਕਿ ਫਰਕ ਤਾਂ ਓਬਵੀਅਸਲੀ ਪੈ ਹੀ ਜਾਂਦਾ, ਫਰਕ ਤੋਂ ਭਾਵ ਇਹ ਨਹੀਂ ਹੁੰਦਾ ਕਿ ਫਰਕ ਨੂੰ ਕਿਸੇ ਨੇ ਉਹਨਾਂ ਨੇ ਆਪਾਂ ਨੂੰ ਜਹਾਜ਼ ਭਰ ਵਾਪਸ ਭੇਜ ਦੇਣਾ ਹੁੰਦਾ। ਫਰਕ ਤਾਂ ਓਵਰਆਲ ਕਿਤੇ ਨਾ ਕਿਤੇ ਜਾ ਕੇ ਜਿੱਥੇ ਅਸੀਂ ਇੱਥੇ ਅਸੀਂ ਲੜਨ ਥੋੜ੍ਹੀ ਆਏ ਹਾਂ, ਇੱਥੇ ਅਸੀਂ ਪੜ੍ਹਨ ਅਤੇ ਕੰਮ ਕਰਨਾ ਆ, ਉਹਦੀ ਜ਼ਿੰਦਗੀ ਨੂੰ ਸਵਾਰਨਾ ਆ, ਚੰਗੀ ਲਾਈਫ ਗੁਜ਼ਾਰਾ ਕਰਨਾ ਆ, ਚੰਗੀ ਲਾਈਫ ਬਸਰ ਕਰਨਾ ਆ, ਜ਼ਿੰਦਗੀ 'ਚ ਆਪਦੇ ਸੁਪਨੇ ਪੂਰੇ ਕਰਨਾ ਆ, ਆਪਦੇ ਮਾਂ ਪਿਓ ਦੇ ਸੁਪਨੇ ਪੂਰੇ ਕਰਨਾ ਆ। ਠੀਕ ਆ ਜੀ। ਮੈਨੂੰ ਬੜੇ ਸਿਆਣੇ ਸਾਬਤ ਹੋਏ ਲੱਗ ਰਹੇ ਸੀ ਤੁਸੀਂ, ਆਪਦੀ ਡਿਸਪਲੇ ਜਿਹੜੀ ਤੁਹਾਡੀ ਲੱਗੀ ਹੋਈ ਆ, ਪਰ ਸਵਾਲ ਤੁਹਾਡਾ ਮੈਨੂੰ ਠੀਕ ਨਹੀਂ ਵਾਲਾ ਲੱਗਿਆ। ਚਲੋ ਐਨੀਵੇਜ਼, ਅੱਗੇ ਆਪਾਂ ਗੱਲ ਕਰਦੇ ਹਾਂ ਜੀ ਓਪਨ ਵਰਕ ਪਰਮਿਟ ਦੀ। ਓਪਨ ਵਰਕ ਪਰਮਿਟ ਬਾਰੇ ਨਾ ਜੀ ਮੈਂ ਤੁਹਾਨੂੰ ਜੋ ਮੈਂ ਕੈਨੇਡਾ ਆ ਕੇ ਨੋਟਿਸ ਕੀਤੀ ਹੈ ਚੀਜ਼, ਰੈਗੂਲਰ ਮੇਰੇ ਕੋਲ ਰਿਫਿਊਜ਼ਲਸ ਲੈ ਕੇ ਬੱਚੇ ਮਿਲ ਰਹੇ ਆ ਮੈਨੂੰ, ਬੱਚੀਆਂ ਮਿਲ ਰਹੀਆਂ ਜ਼ਿਆਦਾ, ਕਿਉਂਕਿ ਜ਼ਿਆਦਾ ਕੁੜੀਆਂ ਹੀ ਆਈਆਂ ਪਹਿਲਾਂ ਵਿਆਹ ਕਰਾ ਕੇ। ਬੈਨ ਆ ਰਹੇ ਨੇ ਜਿਨ੍ਹਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ ਨਾ, ਐਂਡ ਇੰਟਰਵਿਊਜ਼ ਦੇ ਵਿੱਚ ਉਹ ਸਵਾਲ ਪ੍ਰੋਪਰਲੀ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ, ਬੈਨ ਆ ਰਹੇ ਨੇ 5-5 ਸਾਲ ਦੇ। ਬਟ ਉਹ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਸੈਟਅਪ ਕਰ ਰਹੇ ਨੇ ਉਹਨੂੰ ਕਿ ਉਹਨਾਂ ਨੂੰ ਇਹ ਇੱਕ ਆਪਸ਼ਨ ਦੇ ਰਹੇ ਨੇ ਵੀ ਜੇ ਤੁਸੀਂ ਜਿੰਨਾ ਚੀਜ਼ਾਂ ਕਰਕੇ ਅਸੀਂ ਤੁਹਾਡੇ 'ਤੇ ਬੈਨ ਲਾਇਆ ਆ ਵੀ ਤੁਹਾਡੀ ਸਾਨੂੰ ਮੈਰਿਜ ਸਹੀ ਨਹੀਂ ਲੱਗੀ, ਸਾਨੂੰ ਇਹ ਲੱਗੀ ਆ ਫਰੋਡੂਲੈਂਟ ਮੈਰਿਜ ਆ, ਸਾਨੂੰ ਇਹ ਲੱਗੀ ਆ ਕਿ ਉਹਦੇ ਵਿਆਹ ਦੇ ਪਿੱਛੇ ਕਾਰਨ ਹੀ ਤੁਹਾਡਾ ਇਹ ਆ ਕਿ ਤੁਸੀਂ ਕੈਨੇਡਾ ਜਾਣਾ ਆ, ਜੇ ਤੁਸੀਂ ਇਹਨਾਂ ਨੂੰ ਸੈਟਿੰਗ ਕਰ ਸਕਦੇ ਹੋ, ਅਰੇਂਜ ਕਰ ਸਕਦੇ ਹੋ, ਇਹਨਾਂ ਸਵਾਲਾਂ ਨੂੰ ਜਸਟੀਫਾਈ ਕਰ ਸਕਦੇ ਹੋ ਕਿ ਤੁਹਾਡੀ ਮੈਰਿਜ ਸਹੀ ਆ ਐਂਡ ਇਹਦੇ ਪਿੱਛੇ ਵਿਆਹ ਦੇ ਪਿੱਛੇ ਸਿਰਫ ਤੇ ਸਿਰਫ ਇੱਕੋ ਕਾਰਨ ਨਹੀਂ ਕੈਨੇਡਾ ਜਾਣਾ, ਤਾਂ ਅਸੀਂ ਸੋਚ ਸਕਦੇ ਹਾਂ। ਪਰ ਹੁਣ ਆਪਾਂ ਮੈਂ ਜਿਸ ਵਿਸ਼ੇ ਦੇ ਉੱਤੇ ਗੱਲ ਕਰਨ ਲੱਗਿਆ ਉਹ ਇਹ ਆ ਕਿ ਜਿਨ੍ਹਾਂ ਵੀਰਾਂ ਦੀ ਇੰਟਰਵਿਊ ਆਈ ਹੈ ਨਾ, ਪਲੀਜ਼ ਤੁਹਾਡਾ ਕੇਸ ਕਿਤੋਂ ਵੀ ਲੱਗਿਆ ਨਾ, ਤੁਹਾਡਾ ਕਿਤੇ ਵੀ ਤੁਹਾਡਾ ਕੇਸ ਕਿਤੋਂ ਵੀ ਅਪਲਾਈ ਹੋਇਆ, ਤਾਂ ਤੁਸੀਂ ਪਲੀਜ਼ ਇੱਕ ਚੀਜ਼ ਦਾ ਆਪਾਂ ਧਿਆਨ ਰੱਖਣਾ ਹੈ ਕਿ ਹੁਣ ਇੰਟਰਵਿਊ ਦੀ ਦੌਰਾਨੀ ਆਪਾਂ ਇੰਟਰਵਿਊ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਨੀ ਆ, ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ। ਉਹਦੇ ਨਾਲ ਕੀ ਹੋਊਗਾ, ਆਪਣੇ ਜਿਹੜੇ ਸਵਾਲਾਂ ਦੇ ਜਵਾਬ ਆ ਨਾ ਉਹ ਸਾਡੇ ਐਟ ਪਰ ਹੋਣਗੇ ਵੀਜ਼ਾ ਆਫਿਸਰ ਦੀ ਸੋਚ ਦੇ। ਹੁਣ ਤਿਆਰੀ ਕੀ ਆ, ਤਿਆਰੀ ਸਿਰਫ ਤੇ ਸਿਰਫ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਆ ਉਹਦੇ 'ਤੇ ਬੇਸਡ ਆ ਤੁਹਾਡਾ ਜਿਹੜਾ ਇਹ ਕੇਸ ਆ, ਐਂਡ ਰਿਲੇਸ਼ਨਸ਼ਿਪ ਨਾਲ ਸੰਬੰਧਿਤ ਹੀ ਤੁਹਾਡੇ ਤੋਂ ਸਵਾਲ ਪੁੱਛੇ ਜਾਣਗੇ। ਹੁਣ ਰਿਲੇਸ਼ਨਸ਼ਿਪ 'ਚ ਹਰ ਚੀਜ਼ ਹੀ ਆ ਜਾਂਦੀ ਆ, ਤੁਸੀਂ ਮਿਲੇ ਕਿਵੇਂ, ਤੁਸੀਂ ਵਿਆਹ ਕਦੋਂ ਕਰਾਇਆ, ਵਿਆਹ ਕਿਵੇਂ ਹੋਇਆ, ਕਿੰਨੇ ਫੰਕਸ਼ਨ ਕੀਤੇ ਗਏ,
ਕੌਣ ਕੌਣ ਵਿਆਹ 'ਚ ਸੀ, ਫੋਟੋਆਂ 'ਤੇ ਜਿਹੜੇ ਲੋਕ ਫੋਟੋਆਂ ਦੇ ਵਿੱਚ ਨੇ ਉਹ ਕੌਣ ਨੇ, ਠੀਕ ਆ ਜੀ। ਉਸ ਤੋਂ ਬਾਅਦ ਜੇ ਤੁਹਾਡੀ ਵਾਈਫ ਕੈਨੇਡਾ ਆ ਤਾਂ ਕਿਹੜੇ ਕਾਲਜ ਪੜ੍ਹ ਰਹੀ ਆ, ਕਿਹੜੇ ਕੋਰਸ 'ਚ ਆ, ਕਿੰਨੇ ਘੰਟੇ ਕੰਮ ਕਰਦੇ ਆ, ਕੀ ਐਡਰੈਸ ਆ ਉਹਨਾਂ ਦਾ, ਕੀ ਫੋਨ ਨੰਬਰ ਆ, ਇਹ ਸਾਰੀਆਂ ਚੀਜ਼ਾਂ ਪੁੱਛੀਆਂ ਜਾਣਗੀਆਂ। ਮਿਸਬਿਹੇਵ ਕੀਤਾ ਜਾ ਰਿਹਾ ਥੋੜ੍ਹਾ ਬਹੁਤਾ ਵੀਜ਼ਾ ਆਫਿਸਰਸ ਵੱਲੋਂ, ਪਰ ਉਹਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਟੋਲਰੇਟ ਕਰਨਾ ਪਊਗਾ, ਆਪਣੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ। ਪਰ ਤਿਆਰੀ ਪ੍ਰੋਪਰ ਕਰਕੇ ਜਾਓ ਵੀਰੇ ਪਲੀਜ਼। ਮੇਰੀ ਸਾਰੇ ਵੀਰਾਂ ਨੂੰ, ਖਾਸ ਕਰਕੇ ਮੈਕਸੀਮਮ ਮੁੰਡੇ ਹੀ ਇੰਟਰਵਿਊ ਦੇਣ ਜਾਣਗੇ, ਅਤੇ ਬਹੁਤ ਪ੍ਰੋਪਰਲੀ ਟ੍ਰੇਨਡ ਹੋ ਕੇ ਜਾਓ। ਜੇ ਤੁਹਾਡਾ ਏਜੰਟ ਤੁਹਾਡੀ ਤਿਆਰੀ ਨਹੀਂ ਕਰਵਾ ਰਿਹਾ ਨਾ ਪ੍ਰੋਪਰਲੀ, ਤਾਂ ਤੁਸੀਂ ਮੇਰੇ ਆਫਿਸ ਵਿਜ਼ਿਟ ਕਰ ਸਕਦੇ ਹੋ। ਵੀ ਵਿਲ ਟਰਾਈ ਆਰ ਲੈਵਲ ਬੈਸਟ ਵੀ ਅਸੀਂ ਤੁਹਾਡੀ ਪ੍ਰੋਪਰ ਤਿਆਰੀ ਕਰਾ ਕੇ ਭੇਜੀਏ, ਤਾਂ ਕਰਕੇ ਤੁਹਾਨੂੰ ਰਿਫਿਊਜ਼ਲ ਦਾ ਜਾਂ ਬੈਨ ਦਾ ਸਾਹਮਣਾ ਨਾ ਕਰਨਾ ਪਵੇ। ਅਤੇ ਆਖਰ 'ਤੇ ਦੈਟਸ ਇਟ, ਇੰਨੇ ਹੀ ਆ ਮੇਰੇ ਕੋਲ ਅੱਜ ਸਵਾਲ ਸੀਗੇ ਜਿਹੜੇ ਮੇਰੇ ਇਕੱਠੇ ਹੋਏ ਸੀ, ਮੈਂ ਤੁਹਾਨੂੰ ਕਲੀਅਰ ਕਰਤੇ ਆ ਸਾਰੇ। ਹੁਣ ਤੁਸੀਂ ਬਸ 11 ਦਸੰਬਰ ਦਾ ਦਿਨ ਯਾਦ ਰੱਖਿਓ। 11 ਦਸੰਬਰ ਦਿਨ ਮੰਗਲਵਾਰ, ਦੁਰਾਹਾ ਆਫਿਸ ਭੁਪਿੰਦਰ ਸਿੰਘ ਗਿੱਲ ਬੈਠ ਰਹੇ ਨੇ। ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਆਪਦੇ ਸਾਰੇ ਡਾਕੂਮੈਂਟਸ ਲੈ ਕੇ ਤੁਸੀਂ ਪਹੁੰਚ ਸਕਦੇ ਹੋ। ਸਾਰੇ ਸਵਾਲਾਂ ਦੇ ਜਵਾਬ ਰਾਈਟ ਅਵੇ ਔਨ ਸਪੌਟ ਕਲੀਅਰ ਕੀਤੇ ਜਾਣਗੇ। ਬਾਕੀ ਜਿਹੜੇ ਵੀਰਾਂ ਨੇ ਮੈਨੂੰ ਕੈਨੇਡਾ ਮਿਲਣਾ ਆ, ਹਜੇ ਮੈਂ 15 ਕੁ ਦਿਨ ਹੋਰ ਹੈਗਾ ਇੱਥੇ, ਤੁਸੀਂ ਮਿਲ ਸਕਦੇ ਹੋ। ਆਪਾਂ ਟਾਈਮ ਰਲਾ ਕੇ, ਟਾਈਮ ਮੈਚ ਕਰਕੇ ਮਿਲ ਲਵਾਂਗੇ। ਇੰਨਾ ਕਹਿੰਦਾ ਤਾਂ ਖਿਮਾ ਦਾ ਜਾਚਕਾਂ ਜੀ, ਧੰਨਵਾਦ। ਇਹ ਮੰਥ ਹੋ ਗਏ ਵੀਰ ਓਪਨ ਵਰਕ ਪਰਮਿਟ ਦੀ ਫਾਈਲ ਲੱਗੀ ਨੂੰ, ਬਟ ਕੋਈ ਰਿਜ਼ਲਟਸ ਨਹੀਂ। ਗੁਰਬਾਜ ਸਿੰਘ ਜੀ ਆ ਜਾਣਗੇ, ਜਲਦੀ ਰਿਜ਼ਲਟ ਆ ਜਾਣਗੇ ਵੀਰੇ। ਵੈਸੇ ਤਾਂ ਸ਼ੁਰੂ ਹੋ ਗਿਆ ਸਾਰਿਆਂ ਦੇ ਰਿਜ਼ਲਟਸ ਆਉਣੇ, ਪਰ ਐਂ ਦੱਸਣਾ ਬਹੁਤ ਔਖਾ ਹੋ ਜਾਂਦਾ। ਕਈ ਵਾਰੀ ਕੁਝ ਨਾ ਕੁਝ ਪ੍ਰੋਫਾਈਲ ਦੇ ਵਿੱਚ ਕਿਤੇ ਨਾ ਕਿਤੇ ਕੁਝ ਚੀਜ਼ ਹੁੰਦੀ ਹੈ, ਜਾਂ ਕਈ ਵਾਰੀ ਤੁਹਾਡੇ ਜਿਹੜੇ ਸਪਾਊਸ ਦੇ ਪਰਮਿਟ ਦੇ ਉੱਤੇ, ਸਟੱਡੀ ਪਰਮਿਟ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ ਕੋਈ ਹੁੰਦਾ, ਆਪਾਂ ਉਹਦੇ 'ਤੇ ਵਰਕਆਊਟ ਕਰਕੇ ਹੀ ਦੱਸਿਆ ਜਾ ਸਕਦਾ। ਤੁਸੀਂ ਮੈਨੂੰ ਐਗਜ਼ੈਕਟ ਆਪਦੀ ਸਾਰੀ ਪ੍ਰੋਫਾਈਲ ਇਨਬੌਕਸ ਕਰ ਦਿਓ, ਮੈਂ ਤੁਹਾਨੂੰ ਕਲੀਅਰ ਕਰ ਦੂੰਗਾ। ਸਰ ਸਪਾਊਸ ਲਈ ਵਿਜ਼ਟਰ ਵੀਜ਼ਾ, ਵੀਰੇ ਵਿਜ਼ਟਰ ਵੀਜ਼ਾ ਜਗਦੀਪ ਜੀ ਨਾ ਲਾਇਓ। ਵਿਜ਼ਟਰ ਵੀਜ਼ਾ ਤਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਵਿਜ਼ਟਰ ਵੀਜ਼ਾ ਤਾਂ ਸਪਾਊਸ ਅਪਲਾਈ ਕਰੇ ਹੀ ਨਾ, 1000 ਮਗਰ ਦੋਵਾਂ ਨੂੰ ਮਿਲਣਾ। ਓਪਨ ਵਰਕ ਪਰਮਿਟ ਜੇ ਤੁਹਾਡੀ ਵਾਈਫ SDS ਅੰਡਰ SPP ਕਾਲਜ ਦੇ ਵਿੱਚ ਪੜ੍ਹ ਰਹੇ ਆ, ਫੁੱਲ ਟਾਈਮ ਸਟੂਡੈਂਟ ਆ, ਚੰਗਾ ਕੋਰਸ ਲੈ ਕੇ ਪੜ੍ਹ ਰਹੇ ਆ, ਤਾਂ ਤੁਸੀਂ ਆਪਦਾ ਓਪਨ ਵਰਕ ਪਰਮਿਟ ਹੀ ਅਪਲਾਈ ਕਰ ਦਿਓ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ, ਧੰਨਵਾਦ।